ਸਤਿ ਸ਼੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ। ਅਸੀਂ ਉਸੇ ਪ੍ਰੋਗਰਾਮ ਦੀ ਲਗਾਤਾਰਤਾ ਨੂੰ ਬਣਾਈ ਰੱਖਾਂਗੇ, ਸਮਾਜ ਸੇਵਾ ਅਤੇ ਸੰਵਿਧਾਨ। ਮੈਂ ਹਰ ਵਾਰ ਜਦੋਂ ਇਹ ਗੱਲ ਕਰਦਾ ਤਾਂ ਮੈਂ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਮੰਨਦਾ ਵੀ ਹਾਂ ਔਰ ਮੈਂ ਤੁਹਾਨੂੰ ਸਮਝਾ ਜਾਂ ਕਹਿ ਵੀ ਦਿੰਦਾ ਹੁੰਦਾ। ਸਮਾਜ ਸੇਵਾ ਅਤੇ ਸੰਵਿਧਾਨ ਅਸੇ ਵਿੱਚ ਜਿਹੜਾ ਵਿੱਚ ਕੌਮਾ ਆਉਂਦਾ ਹੈ, ਇਹ ਸਮਾਜ ਸੇਵਾ ਆਪਣੇ ਆਪ ਦੇ ਵਿੱਚ ਕਹਿਣੀ ਬੜੀ ਸੌਖੀ, ਕਰਨੀ ਬੜੀ ਔਖੀ। ਜਿੱਦਾਂ ਉਹ ਕਥਨ ਜਾਂ ਉਹ ਕੋਟ ਹੈ ਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਕੁਝ ਅਲੱਗ ਕਿਸਮ ਦਾ ਮਾਮਲਾ ਹੈ। ਇਹ ਵੀ ਦੇਸ਼ ਸੇਵਾ ਹੈ ਜਿਹੜੀ ਇਸ ਸੰਸਥਾ ਦੁਆਰਾ ਕੀਤੀ ਜਾ ਰਹੀ ਹੈ ਜਾਂ ਇਸ ਪਰਿਵਾਰ ਦੁਆਰਾ। ਭਾਈ ਸਾਹਿਬ ਜੀ ਦੇ ਹੋਰਾਂ ਦਾ ਸਾਰਾ ਇੱਕ ਪਰਿਵਾਰ, ਇੱਕ ਜੀ ਬਣ ਕੇ, ਇੱਕ ਕਰਮਚਾਰੀ ਮਿਲ ਕੇ ਪਰਿਵਾਰ ਬਣਦਾ ਹੁੰਦਾ। ਇਹ ਦੇਸ਼ ਸੇਵਾ ਦੇ ਵਿੱਚ ਬਹੁਤ ਮੁਸੀਬਤਾਂ ਨੇ। ਉਹ ਮੁਸੀਬਤਾਂ ਕੀ ਆਉਂਦੀਆਂ ਨੇ, ਕਿਵੇਂ ਆਉਂਦੀਆਂ ਨੇ, ਕਿਉਂ ਆਉਂਦੀਆਂ ਨੇ। ਹਾਲਾਂਕਿ ਮੁਸੀਬਤਾਂ ਨੂੰ ਹੱਲ ਕਰਨਾ ਇਹਨਾਂ ਦਾ ਫਰਜ਼ ਨਹੀਂ ਹੈ, ਜਨਤਾ ਦਾ ਫਰਜ਼ ਨਹੀਂ ਹੁੰਦਾ, ਲੋਕਾਂ ਜਾਂ ਆਵਾਮ ਦਾ ਫਰਜ਼ ਨਹੀਂ। ਉਹ ਸਾਡੇ ਸਿਸਟਮ ਦਾ ਜਾਂ ਸਾਡੀਆਂ ਸਰਕਾਰਾਂ ਦਾ ਜਾਂ ਸਾਡੇ ਪੋਲੀਟੀਸ਼ੀਅਨਸ ਦਾ ਫਰਕ ਹੈ, ਜਿਨ੍ਹਾਂ ਦੇ ਸਿਰ ਸਮਾਜਿਕ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਇਸਤਰੀ ਅਤੇ ਬਾਲ ਵਿਭਾਗ ਨੇ ਜਿਨ੍ਹਾਂ ਕੋਲ, ਇਹ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ। ਪਰ ਫਿਰ ਵੀ ਅਸੀਂ ਸਿੱਧੇ ਤੌਰ ਦੇ ਉੱਤੇ ਕਹਿ ਦਿੰਦੇ ਹਾਂ ਕਿ ਸੰਵਿਧਾਨਕ ਤੌਰ ਦੇ ਉੱਤੇ ਸਾਨੂੰ ਜਿਹੜੇ ਹੱਕ ਮਿਲੇ ਹੋਏ ਨੇ, ਸੰਵਿਧਾਨਕ ਤੌਰ ਦੇ ਉੱਤੇ ਇਹਨਾਂ ਨੂੰ ਜਿਹੜੇ ਰਾਈਟ ਮਿਲੇ ਹੋਏ ਨੇ। ਆਹ ਮਾਸੂਮ ਜੀਆਂ ਬਾਲੜੀਆਂ, ਇਹ ਬੱਚੇ ਛੋਟੇ ਛੋਟੇ ਜਿਨ੍ਹਾਂ ਦੇ ਪਰਿਵਾਰ ਪਤਾ ਨਹੀਂ ਕਿੱਥੇ ਗਏ, ਮਾਤਾ ਪਤਾ ਨਹੀਂ ਕਿੱਥੇ ਗਏ, ਔਰ ਇਹਨਾਂ ਦੇ ਘਰ ਪਤਾ ਨਹੀਂ, ਪਿੰਡ ਪਤਾ ਨਹੀਂ ਕਿੱਥੇ ਗਏ। ਹੁਣ ਤਾਂ ਇਹਨਾਂ ਦਾ ਇਹੋ ਪਰਿਵਾਰ, ਇਹੋ ਪਿੰਡ, ਇਹੋ ਘਰ, ਇਹੋ ਮਾਤਾ ਪਿਤਾ ਬਣ ਗਏ ਨੇ ਸਾਰੇ। ਇਹੋ ਭੈਣ ਭਰਾ ਜਿਹੜੇ ਪਿੱਛੇ ਖੇਡ ਰਹੇ ਬਣ ਗਏ ਨੇ ਸਾਰੇ। ਸੋ ਇਹਨਾਂ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ, ਉਹਨਾਂ ਬਿਰਧਾਂ ਦੀ ਜ਼ਿੰਦਗੀ ਦਾ ਸਵਾਲ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ। ਪਰ ਜਦੋਂ ਉਹਨਾਂ ਲਈ ਕਰਨ ਦੀ ਕੋਈ ਗੱਲ ਆਈ ਤਾਂ ਸਰਕਾਰਾਂ ਵੀ ਟਾਲੇ ਵੱਟ ਗਈਆਂ, ਸਮਾਜ ਵੀ ਟਾਲੇ ਵੱਟ ਗਏ, ਅਤੇ ਖੁਦ ਉਹਨਾਂ ਦੇ ਪਰਿਵਾਰ ਵੀ ਟਾਲੇ ਵੱਟ ਗਏ। ਮਾਮਲੇ ਗੰਭੀਰ ਨੇ, ਮਸਲੇ ਗੰਭੀਰ ਨੇ। ਗੰਭੀਰਤਾ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਉਂਦੇ ਭਾਈ ਸਾਹਿਬ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਦੀ ਲਗਾਤਾਰਤਾ ਉੱਥੋਂ ਹੀ ਬਣਾ ਕੇ ਰੱਖਦੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਤਾਂ ਕਹਿਤਾ ਸੀਗਾ ਕਿ ਪੰਜਾਬ ਸਰਕਾਰ ਨੂੰ, ਤੁਸੀਂ ਆਪ ਹੀ ਦੱਸਿਆ 2013 ਦੇ ਵਿੱਚ 10 ਸਾਲ ਹੋਣ ਲੱਗੇ ਆ, ਕਿ ਭਾਈ ਤੁਰੰਤ 2000 ਜਿਹੜੇ ਜਿਹੜੇ ਇੱਦਾਂ ਦੇ ਪਰਿਵਾਰ ਨੇ ਬਣਾਏ ਜਾਣ। ਕਿੱਥੇ ਜੇ ਖੜੀਆਂ ਨੇ ਉਹ ਗੱਲਾਂ? ਮਤਲਬ ਸਰਕਾਰ ਨੇ ਟਿੱਪਣੀ ਕਰ ਦਿੱਤੀ, ਹਾਈ ਕੋਰਟ ਨੇ ਟਿੱਪਣੀ ਕਰ ਦਿੱਤੀ, ਤੇ ਇਹਨਾਂ ਨੇ ਕੀ ਕੀਤਾ ਸਰ? ਕਿਉਂਕਿ ਜਦੋਂ ਗੱਲ ਆਉਂਦੀ ਹੈ ਇਹਨਾਂ ਨਾਗਰਿਕਾਂ ਦੀ, ਜਿਹੜੇ ਕਿ ਵਿਚਾਰੇ ਸਾਡੇ ਪਰਿਵਾਰ ਵਿੱਚ ਜੀ ਗੱਲ ਆਪਾਂ ਕਰਦੇ ਸੀ, ਸੰਵਿਧਾਨ ਜੀ, ਸੰਵਿਧਾਨ ਦੇ ਆਧਾਰ ਤੇ ਕਰਮ ਕਰਨਾ ਹੀ ਤੇ ਸਮਾਜ ਸੇਵਾ ਹੈ ਨਾ ਜੀ। ਬਿਲਕੁਲ। ਸੰਵਿਧਾਨ ਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਸੰਵਿਧਾਨ ਦੇ ਆਧਾਰ ਤੇ ਅਸੀਂ ਓਥ ਲੈ ਲਈ ਕਿ ਕਰਮ ਕਰਨਾ ਹੈ ਤੇ ਕੰਮ ਕਰਨਾ ਹੈ, ਮੀਨਸ ਡਿਊਟੀ ਕਰਨੀ ਹੈ, ਸਾਡੀ ਡਿਊਟੀ ਹੈ। ਤੇ ਉਹ ਜਿਹੜੀ ਡਿਊਟੀ ਹੈਗੀ ਹੈ ਉਸ ਦੇ ਵਿੱਚ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਹੈਗੇ ਆ, ਜੇ ਇਹਨਾਂ ਦੇ ਨਾਲ ਅਸੀਂ ਵਿਤਕਰਾ ਨਾ ਕਰੀਏ ਜੀ। ਤੇ ਇਹਨਾਂ ਦਾ ਵੀ ਜਿਵੇਂ ਬਰਾਬਰ ਦਾ ਹੱਕ ਹੈ ਸੰਵਿਧਾਨ ਦੇ ਵਿੱਚ, ਇਹਨਾਂ ਦਾ ਬਜਟ ਦੇ ਵਿੱਚ ਬਰਾਬਰ ਦੇ ਹੱਕ ਹੈਗੇ ਆ। ਤੇ ਉਸ ਵੇਲੇ ਗੱਲ ਆ ਜਾਂਦੀ ਹੈ ਕਿ ਸਾਡੇ ਕੋਲ ਬਜਟ ਨਹੀਂ ਹੈਗਾ। ਜਿਸ ਵੇਲੇ ਗੱਲ ਆਉਂਦੀ ਹੈ ਰੁਲ ਰਹੇ ਨਾਗਰਿਕ ਨੂੰ ਸੰਭਾਲਣ ਦੀ, ਠੀਕ ਹੈ, ਤੁਸੀਂ ਕਿੰਨੇ ਪਰਸੈਂਟ ਅੱਜ ਆਪਾਂ ਦੇਖ ਰਹੇ ਹਾਂ ਕਿ ਇੰਨੀ ਵੱਡੀ ਗਿਣਤੀ ਹੈ। ਅਸੀਂ ਮੰਨ ਲੈਂਦੇ ਹਾਂ ਕਿ ਅਸੀਂ ਮਤਲਬ ਕਿ ਸਾਰਿਆਂ ਨਹੀਂ, ਕੁਝ ਸੰਸਥਾਵਾਂ ਨੂੰ ਰਲ ਮਿਲ ਕੇ ਨਾਲ ਜਿਹੜੀ ਸੀ ਸਮਾਜਦਾਰੀ ਦੀ ਲੋਕਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ ਕਿ ਸਾਡਾ ਸਾਰਿਆਂ ਦਾ ਫਰਜ਼ ਹੈਗਾ। ਪਰ ਜੇ ਤੁਸੀਂ ਕਹੋ ਵੀ ਸਾਰਾ ਫਰਜ਼ ਹੀ, ਸਾਰੀ ਡਿਊਟੀ ਜਿਹੜੀ ਹੁਣ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਗੱਲ ਕਰਦੇ ਹੋ, ਉਹਨਾਂ ਦੇ ਅੰਡਰ ਹੀ ਸਾਡੇ ਇਹ ਬਜ਼ੁਰਗ ਆਉਂਦੇ, ਉਹਨਾਂ ਦੇ ਅੰਡਰ ਹੀ ਸਾਡੇ ਇਹ ਬੱਚੇ ਆਉਂਦੇ ਆ। ਤੇ ਇੰਨਾ ਵੱਡਾ ਵਿਭਾਗ ਬਣਾਤਾ ਤੇ ਉਸ ਵਿਭਾਗ ਦੇ ਫਿਰ ਆਪਣੀਆਂ ਕੀ ਜ਼ਿੰਮੇਵਾਰੀਆਂ ਨਿਭਾਈਆਂ। 2000 ਜਿਹੜੇ ਸੈਂਟਰਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਦੇ ਪ੍ਰਤੀ ਮਾਨਯੋਗ ਹਾਈ ਕੋਰਟ ਨੇ ਕਿਹਾ ਹੈਗਾ, ਤੇ ਉਸ ਦਾ ਮਤਲਬ ਜੇ 3 ਸੈਂਟਰ ਬਣਾਏ ਹੈ, ਇੱਕ ਰਾਜਪੁਰਾ ਦੇ ਵਿੱਚ, ਇੱਕ ਅੰਮ੍ਰਿਤਸਰ ਦੇ ਵਿੱਚ, ਤੇ ਇੱਕ ਲੇਡੀਜ਼ ਲਈ ਅੰਮ੍ਰਿਤਸਰ ਦੇ ਵਿੱਚ, ਤੇ ਇੱਕ ਲੁਧਿਆਣੇ ਵਿੱਚ ਹੈ ਮੇਲ ਦੇ ਲਈ। ਚੌਥਾ ਜਿਹੜਾ ਪਹਿਲਾਂ ਤੋਂ ਕਪੂਰਥਲੇ ਵਾਲਾ ਚੱਲ ਰਿਹਾ, ਕਪੂਰਥਲੇ ਵਾਲਾ ਹੈ। ਕੁੱਲ 4 ਹੋਏ ਨੇ। ਨਹੀਂ, 4 ਤਾਂ ਹੋਏ ਹੋਣਗੇ ਜੇ ਉਹਨੇ ਸੀਟਾਂ ਭਰੀਆਂ ਹੋਣਗੀਆਂ। ਉੱਥੇ ਪੇਸ਼ੈਂਟ ਨਹੀਂ ਹੈਗੇ ਉੱਥੇ। ਨਹੀਂ, ਕਹਿੰਦੇ ਵੀ ਸਾਡੇ ਕੋਲ ਸੰਭਾਲਣ, ਅਸੀਂ ਤਾਂ ਪਰੇਸ਼ਾਨ ਹੋ ਜਾਊਂਗੇ। ਕਹਿੰਦੇ ਜੇ ਤੁਸੀਂ ਇਸ ਬੱਚੇ ਨੂੰ ਸਾਡੇ ਕੋਲ ਦਾਖਲ ਕਰਾ ਤਾ। ਹੁਣ ਤੁਹਾਨੂੰ ਮੈਂ ਕੀ ਦੱਸਾਂ, ਇਸ ਤਰ੍ਹਾਂ ਦੇ ਹਾਲਾਤ ਜਦੋਂ ਤੁਸੀਂ ਸੁਣਨ ਨੂੰ ਮਿਲਦੇ ਆ ਨਾ ਵੀ ਇਸ ਬੱਚੇ ਨੂੰ ਉੱਥੇ ਕਿਉਂ ਨਹੀਂ ਦਾਖਲ ਕੀਤਾ ਜਾ ਸਕਦਾ। ਜਿਹੜੀ ਬੱਚੀ ਅਖੀਰ ਤੇ ਫਿਰ ਸਾਡੇ ਕੋਲ ਦਾਖਲ ਹੋਈ ਹੈ, ਜਿਸ ਦੇ ਫਿਰ ਵਾਰਸ ਵੀ ਮਿਲ ਗਏ ਹੈ, ਜਿਸ ਦੇ ਵਾਰਸਾਂ ਨੂੰ ਹੈਂਡਓਵਰ ਕਰਨ ਦੇ ਵਿੱਚ ਵੀ ਸਾਨੂੰ ਇਹ ਇੰਨੀ ਮੁਸ਼ਕਿਲ ਆਈ। ਕਹਿੰਦੇ ਜੇ ਵੇਟ ਕਰੋ ਤੁਸੀਂ ਕਿ ਟਾਈਮ ਸਾ ਜਿਹੜੇ ਅੱਗੇ 4:15 ਹੋ ਗਏ, ਇਹਨਾਂ ਨੂੰ ਦੁਬਾਰੇ ਬੁਲਾ ਲਿਓ ਵਾਰਸਾਂ ਨੂੰ। ਇਹ ਪਿਆਰੇ ਦਰਸ਼ਕੋ ਸੁਣ ਲਓ, ਇੱਕ ਕਹਾਣੀ ਵੀ ਸੁਣ ਲਓ ਤੁਹਾਡੇ ਸਾਹਮਣੇ। ਹੁਣ ਗੰਢਾਂ ਖੋਲ ਹੀ ਦਿੰਦੇ ਆ ਕਿਉਂਕਿ ਉਹਨਾਂ ਨੇ ਤਾਂ ਹੱਥਾਂ ਨਾਲ ਦਿੱਤੀਆਂ ਨੇ ਤੇ ਮੂੰਹਾਂ ਨਾਲ ਫਿਰ ਇਹੋ ਜਿਹੇ ਸੰਸਥਾਵਾਂ ਨੂੰ ਖੋਲ੍ਹਣੀਆਂ ਪੈਂਦੀਆਂ ਨੇ, ਉਹਨਾਂ ਦੀਆਂ ਹੱਥਾਂ ਨਾਲ ਦਿੱਤੀਆਂ।
ਕੀ ਕਹਾਣੀ ਬਣੀ ਜੀ ਉਹ ਬੱਚੀ ਦਾ, ਕੀ ਹੋਇਆ ਸੀਗਾ, ਦੱਸਿਓ ਉਹਦੇ ਪਿਛੋਕੜ ਦੱਸੋ ਤਾਂ ਕਿ ਦਰਸ਼ਕਾਂ ਦੀਆਂ ਵੀ ਜਾਣਕਾਰੀ ਔਰ ਉਹਨਾਂ ਦੀਆਂ ਅੱਖਾਂ ਵੀ ਖੁੱਲ ਜਾਣ ਕਿ ਸਾਡਾ ਸਿਸਟਮ ਕਰ ਕੀ ਰਿਹਾ। ਸਾਡਾ ਪੰਜਾਬ ਹੈ, ਅਸੀਂ ਇਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਇਹ ਸੱਚਾਈ ਹੈ, ਇਹ ਔਨ ਰਿਕਾਰਡ ਹੈ ਕਿ ਸਾਡੇ ਕੋਲ ਬੱਚੇ ਨੂੰ ਜਦੋਂ ਦਾਖਲ ਕਰਾਇਆ ਉਸ ਵੇਲੇ ਕਹਿੰਦੇ ਸਾਨੂੰ ਪਤਾ ਹੈ ਕਿ ਸਮਰੱਥਾ ਤੋਂ ਵੱਧ ਬੱਚੇ ਇੱਥੇ ਦਾਖਲ ਹੈ, ਸਾਨੂੰ ਪਤਾ ਹੈ ਕਿ ਇਸ ਵੇਲੇ ਇਹਨਾਂ ਦੀਆਂ ਬਿਲਡਿੰਗਾਂ ਦੇ ਵਿੱਚ ਜਿਸ ਤਰ੍ਹਾਂ ਦੇ ਅਲੱਗ-ਅਲੱਗ ਨੀਡਸ ਦੇ ਬੱਚੇ ਹੈਗੇ ਹੈ ਵੀ ਇਸ ਬੱਚੇ ਨੂੰ ਵਾਕਈ ਦਾਖਲ ਕਰਨ ਦੇ ਵਿੱਚ ਮੁਸ਼ਕਲ ਹੈਗੀ ਹੈ, ਪਰ ਸਾਡੇ ਕੋਲ ਕੋਈ ਵੀ ਇੰਤਜ਼ਾਮ ਨਹੀਂ ਹੈਗਾ। ਇਸ ਕਰਕੇ ਅਸੀਂ ਪ੍ਰਭ ਆਸਰਾ ਸੰਸਥਾ ਜਿਹੜੀ ਹੈਗੀ ਹੈ ਵੀ ਕਹਿੰਦੇ ਆ ਕਿ ਉਸ ਦੇ ਵਿੱਚ ਇਸ ਬੱਚੀ ਨੂੰ ਦਾਖਲ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ। ਨਹੀਂ ਐਡੇ ਵੱਡੇ ਸਰਕਾਰੀ ਸਿਸਟਮ ਕੋਲ ਜਿੱਥੇ ਮਾਫ ਕਰਨਾ ਕਿ ਡਾਕਟਰਾਂ ਦੀਆਂ ਤਨਖਾਹਾਂ ਲੱਖ ਰੁਪਏ ਤੋਂ ਉੱਤੇ ਮਤਲਬ ਜਿਹੜੇ ਵੀ ਉੱਥੇ ਕੇਅਰ ਟੇਕ ਕਰਨ ਵਾਲੇ ਹਨ, ਬਹੁਤ ਵੱਡਾ ਬਜਟ ਹੈ, 50,000 ਤਾਂ ਨਿੱਜੀ ਤਨਖਾਹਾਂ ਨੇ। ਇੰਨੇ ਵੱਡੇ ਬਜਟ ਜਿਹੜੇ ਕਾਗਜ਼ਾਂ ਦੇ ਵਿੱਚ ਚੱਲਦੇ ਆ, ਹਰੇਕ ਸਾਲ ਘੁੱਗੀਆਂ ਵੱਜਦੀਆਂ ਕਿ ਆਹ ਬਜਟ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਭਾਗ ਜਿਹੜਾ ਉਹਦੇ ਲਈ ਹੋ ਗਿਆ, ਉਹਨਾਂ ਕੋਲੇ ਸਿਸਟਮ ਨਹੀਂ ਤੇ ਟੇਕ ਤੁਹਾਡੇ ਤੇ ਰੱਖ ਰਹੇ ਨੇ ਆ ਕੇ ਜੀ। ਮੈਂ ਕਿਹਾ ਤੁਹਾਡੇ ਕੀ ਗੱਲ ਉੱਥੇ ਬੈੱਡ ਨਹੀਂ ਹੈਗਾ, ਖਾਲੀ ਨਹੀਂ ਹੈਗਾ, ਕੀ ਪ੍ਰੋਬਲਮ ਹੈਗੀ ਹੈ? ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਹਿੰਦੇ ਇਹਨਾਂ ਨੂੰ ਹੈਲਪ ਦੀ ਲੋੜ ਹੈਗੀ ਹੈ, ਉਹ ਕਹਿੰਦੇ ਨਹੀਂ ਅਸੀਂ ਡਿਸਟਰਬ ਹੋ ਜਾਵਾਂਗੇ, ਮਤਲਬ ਡਿਊਟੀ ਕਰਨ ਤੋਂ ਇਹ ਚੀਜ਼ਾਂ ਅਕਸਰ ਇਹੋ ਜਿਹੀਆਂ ਚੀਜ਼ਾਂ ਸਾਨੂੰ ਇੱਕ ਜਗ੍ਹਾ ਤੋਂ ਨਹੀਂ ਸੁਣਨ ਨੂੰ ਮਿਲਦੀਆਂ। ਵਿਰਲਿਆਂ ਨੂੰ ਛੱਡ ਕੇ, ਕਿਸੇ ਵਿਰਲੇ ਨੂੰ ਛੱਡ ਕੇ ਜ਼ਿਆਦਾਤਰ ਜਿਹੜਾ ਹੈਗਾ ਨਾ ਉਹ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਹੈ। ਜਦੋਂ ਅਸੀਂ ਗੱਲ ਕਹਿੰਦੇ ਵੀ ਤੁਹਾਡੇ ਕੋਲ ਬੈੱਡ ਖਾਲੀ ਪਿਆ ਹੈ ਤੇ ਸਾਡੇ ਕੋਲ ਆਲਰੇਡੀ ਜਿਹੜੇ ਆ ਸ਼ੈਡਾਂ ਦੇ ਵਿੱਚ ਵਰੰਡੇ ਭਰਨ ਤੋਂ ਬਾਅਦ ਸ਼ੈਡਾਂ ਦੇ ਵਿੱਚ ਤੇ ਕਪੈਸਿਟੀ ਜਿਹੜੀ ਹੈਗੀ ਹੈ ਇੱਥੇ ਕਿਸ ਹੱਦ ਤੱਕ ਜਿਹੜੀ ਕਪੈਸਿਟੀ ਤੋਂ ਵੱਧ ਚਲੇ ਗਏ ਹੈ, ਪਰ ਫਿਰ ਵੀ ਤੁਸੀਂ ਮਤਲਬ ਇਸ ਗੱਲ ਨੂੰ ਆਪਾਂ ਕਹਿ ਰਹੇ ਹਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਬਿਲਡਿੰਗ ਦਾ ਸਾਡੇ ਕੋਲ ਦਿਨ ਰਾਤ ਕੰਮ ਚੱਲ ਰਿਹਾ, ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਹਾਲਾਤ ਹੈ ਜਿਹਦੇ ਵਿੱਚ ਚਲੋ ਇਮੀਡੀਏਟਲੀ ਇਹਨਾਂ ਦੇ ਟ੍ਰੀਟਮੈਂਟ ਦੇ ਲਈ ਹਸਪੀਟਲ ਵੀ ਸਾਨੂੰ ਸ਼ੁਰੂ ਕਰਨਾ ਪਿਆ ਬਹੁਤ ਕੁਝ। ਪਰ ਇਹ ਚੀਜ਼ਾਂ ਜਿਹਦੀ ਆਪਾਂ ਗੱਲ ਕਰਦੇ ਹਾਂ, ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡਾ ਲੁਧਿਆਣੇ ਵਾਲੇ ਵਿੱਚ ਕਿਉਂ ਨਹੀਂ ਦਾਖਲ ਹੋ ਰਹੇ? ਕਹਿੰਦਾ ਜੀ ਉੱਥੇ ਇਹ ਮੈਡੀਕਲ ਸਹੂਲਤ ਜਿਹੜੀ ਚਾਹੀਦੀ ਹੈਗੀ ਕਿਤੇ ਵੇਲੇ ਵੀ ਲੋੜ ਪੈਂਦੀ ਹੈ ਇਹਨਾਂ ਨੂੰ ਉੱਥੇ ਅਵੇਲੇਬਲ ਨਹੀਂ ਹੈਗੀ। ਮੈਂ ਕਿਹਾ ਰਾਜਪੁਰੇ ਵਾਲੇ 'ਚ, ਮੇਰਾ ਕਹਿਣ ਤੋਂ ਭਾਵ ਤੁਸੀਂ ਕਹਿੰਦੇ ਵੀ 4 ਖੁੱਲ੍ਹੇ ਹੈ, 4 ਦੇ ਵਿੱਚ ਵੀ ਪਹਿਲੀ ਗੱਲ ਤਾਂ ਉਹਨਾਂ ਦੀ ਕਪੈਸਿਟੀ ਕਿੰਨੀ ਕੁ ਹੈ ਤੇ ਦੂਜੀ ਗੱਲ ਹੈਗੀ ਹੈ ਉੱਥੇ ਜਿਹੜੇ ਨਾਗਰਿਕ ਜਿਹੜੇ ਹੈਗੇ ਉਹਨਾਂ ਨੂੰ ਕਿੰਨਾ ਕੁ ਦਾਖਲ ਕੀਤਾ ਗਿਆ ਹੈ। ਤੇ ਜੇ ਇਹ ਵੀ ਮੈਂ ਬੇਨਤੀ ਕੀਤੀ ਸੀ ਕੋਵਿਡ ਦੌਰਾਨ, ਮੈਂ ਮਤਲਬ ਇਸ ਵੇਲੇ ਬੜਾ ਕਲੀਅਰਲੀ ਮਤਲਬ ਇਹ ਗੱਲ ਆਪਣੇ ਸਤਿਕਾਰਯੋਗ ਜਿਹੜੇ ਡਿਪਾਰਟਮੈਂਟ ਹੈਗੇ ਉਹਨਾਂ ਦੇ ਅਧਿਕਾਰੀ ਹੈਗੇ ਹੈ, ਸਾਡੇ ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਦੇ ਹੈਗੇ ਹੈ, ਸਾਡੇ ਮਿਨਿਸਟਰ ਸਾਹਿਬਾਨ ਹੈ, ਮੈਂ ਬੜਾ ਕਲੀਅਰਲੀ ਹੁਣ ਵੀ ਕਹਿ ਰਿਹਾ ਕਿ ਇਹਨਾਂ ਨੂੰ ਬੰਦ ਕਰ ਦਿਓ, ਸਾਡੇ ਕੋਲ ਸ਼ਿਫਟ ਕਰ ਦਿਓ, ਇਹ ਪੈਸਾ ਹੋਰ ਕੰਮ ਵਾਸਤੇ ਵਰਤ ਲਓ ਤੁਸੀਂ। ਲੈ ਮੈਂ ਅੱਜ ਵੀ ਕਹਿੰਦਾ ਮੈਂ ਜਜ਼ਬਾਤੀ ਹੋ ਕੇ ਨਹੀਂ ਕਹਿ ਰਿਹਾ, ਨਹੀਂ ਤਕਨੀਕੀ ਤੌਰ ਦੇ ਉੱਤੇ ਬਿਲਕੁਲ ਠੀਕ। ਜਿੰਨੇ ਹੋਮ ਹੈ, ਜਿਹੜਾ ਕਪੂਰਥਲੇ ਵਾਲਾ ਹੋਮ ਹੈ ਸਾਰਾ ਸਾਡੇ ਕੋਲ ਸ਼ਿਫਟ ਕਰ ਦਿਓ, ਲੁਧਿਆਣੇ ਵਾਲਾ ਹੋਮ ਹੈ ਸਾਰਾ ਸਾਡੇ ਕੋਲ ਸ਼ਿਫਟ ਕਰ ਦਿਓ। ਇਹ ਪੈਸਾ, ਇਹ ਬਿਲਡਿੰਗਾਂ, ਇਹ ਅਧਿਕਾਰੀ ਸਮਾਜ ਦੀਆਂ ਹੋਰ ਜਿਹੜੀਆਂ ਲੋੜਾਂ ਉਹਨਾਂ ਪੂਰੀਆਂ ਕਰਨ ਤੇ ਲਗਾ ਦਿਓ। ਜੇਕਰ ਮਤਲਬ ਜਦੋਂ ਉਹਦੇ ਵਿੱਚ ਕੋਈ ਆਪਾਂ ਸੀਰੀਅਸ ਕੇਸ ਲੈਣੇ ਨਹੀਂ, ਜਿੰਨੇ ਵੀ ਓਲਡ ਏਜ ਹੋਮ ਹੈ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ ਵੀ ਉੱਥੇ ਜੇਕਰ ਉਹ ਬਜ਼ੁਰਗਾਂ ਦੀ ਐਡਮਿਸ਼ਨ ਦੇ ਉੱਤੇ ਇਸ ਕਰਕੇ ਸ਼ਰਤ ਲਗਾ ਦਿੱਤੀ ਕਿ ਬਜ਼ੁਰਗ ਜਿਹੜਾ ਵੀ ਇਹਨਾਂ ਨੂੰ ਹੈਲਪ ਕਰਨ ਦੇ ਲਈ ਨਾਲ ਹੈਲਪਰ ਚਾਹੀਦਾ ਹੈ, ਤੇ ਬਜ਼ੁਰਗ ਫਿਰ ਇਹਨੂੰ ਓਲਡ ਏਜ ਹੋਮ ਕਿਉਂ ਲਿਖਿਆ? ਬਿਲਕੁਲ, ਫਿਰ ਇਹਨੂੰ ਤੇ ਲਾਈਕ ਨੌਜਵਾਨਾਂ ਲਈ ਹੋਮ ਲਿਖੋ ਨਾ। ਬਿਲਕੁਲ ਜੀ ਬਿਲਕੁਲ, ਕਿਉਂਕਿ ਬਜ਼ੁਰਗਾਂ ਨੂੰ ਤਾਂ ਅਖੀਰਲੀ ਸਮਝ ਸਾਰੇ ਦੀ ਲੋੜ ਹੈ। ਇਹ ਸਵਾਲ ਜਿਹੜੇ ਹੈ ਬਹੁਤ ਬੜੇ ਸਾਨੂੰ ਕਹਿ ਲਓ ਸਵਾਲਾਂ ਦਾ ਹੜ ਆ ਜਾਂਦਾ ਵੀ ਬਜ਼ੁਰਗਾਂ ਦੀ ਹੈਲਪ ਲਈ ਵੀ ਕੁਐਸਚਨ ਕਿ ਬਜ਼ੁਰਗਾਂ ਨੂੰ ਹੈਲਪ ਦੀ ਲੋੜ ਹੈਗੀ ਹੈ। ਇਸ ਕਰਕੇ ਮਤਲਬ ਇਹਨਾਂ ਵੱਲ ਬੜਾ ਗੰਭੀਰ ਵਿਸ਼ਾ ਹੈ ਤੇ ਇਸ ਦੇ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਦੇ ਹੱਲ ਜਿਹੜੇ ਹੈ ਸਾਡੀਆਂ ਸਰਕਾਰਾਂ ਨੂੰ ਕੱਢਣੇ ਚਾਹੀਦੇ। ਇਸ ਵੇਲੇ ਸਾਨੂੰ ਪਤਾ ਹੈ ਵੀ ਇਸ ਦੇ ਉੱਤੇ ਟਾਈਮ ਲੱਗ ਜਾਂਦਾ ਹੈ ਕਿ ਰਾਤੋਂ ਰਾਤ ਸਿਸਟਮ ਜਿਹੜੀ ਹੈ ਇਨਫਰਾਸਟ੍ਰਕਚਰ ਨਹੀਂ ਕ੍ਰੀਏਟ ਹੋ ਸਕਦਾ, ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਹਾਂ। ਪਰ ਕੀ ਗੱਲ ਜਿਹੜੀ ਹੈ ਐਂਬੂਲੈਂਸ ਚੱਕਣ ਲੱਗਿਆ ਇਹਦੇ ਲਈ ਵੀ ਮਹੀਨੇ ਲੱਗ ਜਾਣਗੇ। ਐਂਬੂਲੈਂਸ ਬਿਨਾਂ ਸ਼ਰਤ ਇਹਨਾਂ ਨੂੰ ਕਿਉਂ ਨਹੀਂ ਚੱਕਦੇ? ਇਹ ਕੀ ਮਸਲਾ ਹੈ? ਮਤਲਬ ਤਕਨੀਕੀ ਤੌਰ ਦੇ ਉੱਤੇ ਸਾਡੀਆਂ ਜਿਹੜੀਆਂ ਐਂਬੂਲੈਂਸਾਂ ਜਦੋਂ ਆਪਾਂ ਫੋਨ ਕਰ ਦਿੰਦੇ ਹਾਂ, ਮੰਨ ਲਓ ਕੋਈ ਇੱਥੇ ਪੀੜਤ ਪਿਆ ਜਾਂ ਕੋਈ ਉਹਦੇ ਨਾਲ ਕੋਈ ਇਦਾਂ ਦਾ ਭਾਣਾ ਵਾਪਰ ਗਿਆ ਜਾਂ ਉਹਨੂੰ ਨਹੀਂ ਪਤਾ ਲੱਗ ਰਿਹਾ ਆਪਣੇ ਆਪ ਦੇ ਵਿੱਚ, ਤੇ ਐਂਬੂਲੈਂਸਾਂ ਇਹਨਾਂ ਨੂੰ ਕਿਉਂ ਨਹੀਂ ਚੱਕਦੀਆਂ ਤੇ ਉਹ ਕੀ ਤਕਨੀਕੀ ਕਾਰਨ ਦੇ ਦਿੰਦੇ? ਮੈਂ ਕਿਹਾ ਜੀ ਰਿਟਨ ਦੇ ਵਿੱਚ ਸਾਰਾ ਸਾਡੇ ਕੋਲ ਰਿਕਾਰਡ ਨੀਤੀਆਂ ਬਣੀਆਂ ਪਈਆਂ ਕਿ ਕੋਈ ਵੀ ਸਰਕਾਰ ਦੀ ਜਿਹੜੀ ਸਟੇਟ ਦੀ ਐਂਬੂਲੈਂਸ ਹੈ ਉਹ ਰਿਫਿਊਜ਼ ਨਹੀਂ ਕਰ ਸਕਦੀ, ਮਨਾ ਨਹੀਂ ਕਰ ਸਕਦੀ, ਪਰ ਮਨਾ ਕਰ ਰਹੀ ਹੈ। ਕਿਉਂ? ਕਹਿੰਦੇ ਕਿ ਅੱਗੇ ਕੋਈ ਰਿਸਪੌਂਸਿਬਿਲਟੀ ਨਹੀਂ ਲੈਂਦਾ। ਕੋਈ ਉਹਦਾ ਕੇਅਰ ਟੇਕਰ ਨਹੀਂ ਹੈ, ਉਹਦਾ ਕੋਈ ਬੰਦਾ ਨਹੀਂ। ਕਿਉਂ ਨਹੀਂ ਹੈ? ਉੱਥੇ ਡਾਕਟਰ ਹੈ, ਉੱਥੇ ਨਰਸਾਂ ਹੈਗੀਆਂ, ਕੀ ਗੱਲ ਕਿਉਂ ਨਹੀਂ ਹੈ? ਇਹ ਨਾਗਰਿਕ ਦੇਸ਼ ਦਾ ਨਾਗਰਿਕ ਹੈ, ਆਪਣੇ ਦੇਸ਼ ਦੇ ਹਸਪੀਟਲ 'ਚ, ਆਪਣੀ ਸਟੇਟ ਦੇ ਹਸਪੀਟਲ 'ਚ, ਆਪਣੀ ਸਟੇਟ ਦਾ ਨਾਗਰਿਕ ਆਪਣੀ ਸਟੇਟ ਦੇ ਹਸਪੀਟਲ ਨਹੀਂ ਜਾ ਸਕਦਾ?
ਉਹਦੇ 'ਚ ਕਿਵੇਂ ਰਿਫਿਊਜ਼ ਕਰ ਸਕਦੇ ਆ ਉਹ ਕਹਿੰਦੇ ਹਸਪੀਟਲ ਦੀ ਐਂਬੂਲੈਂਸ ਨੀਤੀ ਇਹ ਕਹਿੰਦੀ ਹੈ ਕਿ ਹਸਪੀਟਲ ਦੀ ਐਂਬੂਲੈਂਸ ਮਨਾ ਨਹੀਂ ਕਰ ਸਕਦੀ ਚੱਕਣ ਤੋਂ, ਹਸਪੀਟਲ ਰੱਖਣ ਤੋਂ ਮਨਾ ਨਹੀਂ ਕਰ ਸਕਦਾ, ਪ੍ਰਾਈਵੇਟ ਹਸਪੀਟਲ ਐਮਰਜੈਂਸੀ ਹਾਲਾਤਾਂ 'ਚ ਰੱਖਣ ਤੋਂ ਮਨਾ ਨਹੀਂ ਕਰ ਸਕਦਾ, ਸ਼ਰਤ ਨਹੀਂ ਲਾ ਸਕਦਾ, ਉਹਦੀ ਹਸਪੀਟਲ ਚੱਕੇਗੀ, ਹਸਪੀਟਲ ਦੀ ਐਂਬੂਲੈਂਸ ਚੱਕੇਗੀ, ਸਟੇਟ ਦੀ ਐਂਬੂਲੈਂਸ ਚੱਕੇਗੀ, ਸਿਵਲ ਹਸਪੀਟਲ ਦੀ ਐਂਬੂਲੈਂਸ ਚੱਕੇਗੀ, ਪ੍ਰਾਈਵੇਟ ਹਸਪੀਟਲ ਦੀ ਐਂਬੂਲੈਂਸ ਚੱਕੇਗੀ। ਨੀਤੀ ਇਹ ਹੈ ਪਰ ਨਹੀਂ ਚੱਕੀ ਜਾ ਰਹੀ। ਮੈਂ ਹੁਣ ਇਸ ਵੇਲੇ ਸਰਕਾਰ ਨੂੰ ਬੇਨਤੀ ਕਰਦਾ, ਜੇ ਇੱਕੋ ਦਮ ਇਨਫਰਾਸਟ੍ਰਕਚਰ ਨਹੀਂ ਕ੍ਰੀਏਟ ਕਰ ਸਕਦੇ, ਇਹ ਤਾਂ ਕੋਈ ਵੱਡਾ ਕੰਮ ਨਹੀਂ ਹੈਗਾ ਨਾ। ਜਿੱਥੇ ਹੋਰ ਤੁਸੀਂ ਇੰਨੇ ਵਧੀਆ ਡਿਸੀਜਨ ਲੈ ਕੇ ਸਮੱਸਿਆਵਾਂ ਦੇ ਹੱਲ ਦੇ ਲਈ ਕੋਸ਼ਿਸ਼ ਕਰ ਰਹੇ ਹੋ, ਤੇ ਇਹ ਨਾਗਰਿਕ ਜਿਹੜੇ ਹੈਗੇ ਆ ਇਹ ਵੀ ਤਾਂ ਮਤਲਬ ਇਸ ਸਮਾਜ ਦੇ ਵਿੱਚ ਇਹਨਾਂ ਪ੍ਰਤੀ ਜ਼ਿੰਮੇਵਾਰੀ ਤਾਂ ਉਹਨਾਂ ਤੋਂ ਵੀ ਵੱਡੀ ਬਣਦੀ ਹੈ ਨਾ। ਤੇ ਸਾਡੀਆਂ ਧੀਆਂ ਭੈਣਾਂ ਲੜਕੀਆਂ ਸੜਕਾਂ ਤੇ ਰੁਲਦੀਆਂ। ਸਾਡੇ ਕੋਲ ਰਿਕਾਰਡ ਜਿਹੜਾ ਹੈਗਾ 25 ਸਾਲ ਸੜਕਾਂ ਤੇ ਰੁਲੀਆਂ, 25 ਸਾਲ ਇੱਕ ਵਿਅਕਤੀ ਸੜਕਾਂ ਦੇ ਉੱਤੇ ਰੁਲੇ, ਔਰਤਾਂ ਤੇ 28 ਸਾਲ ਬਾਅਦ ਵਾਰਸ, ਜਦੋਂ ਮਤਲਬ ਕਹਿੰਦੇ 28 ਸਾਲ ਹੋ ਗਏ ਇਹਦੇ, ਮਤਲਬ ਸਾਡੇ ਕੋਲ ਤਾਂ ਚਲੋ ਕੁਝ ਸਾਲ ਹੀ ਰਹੇ ਹੈ, 6 ਸਾਲ ਰਹੇ ਹੈ, ਕੋਈ 5 ਸਾਲ ਰਿਹਾ ਹੈ, ਕੋਈ ਕੁਝ ਮਹੀਨੇ ਰਿਹਾ ਹੈ, ਕੋਈ ਕੁਝ ਮਤਲਬ ਕਹ ਲਓ ਕੁਝ ਹੀ ਸਮੇਂ ਦੇ ਵਿੱਚ ਇੰਪਰੂਵ ਹੋ ਗਏ ਹੈ। ਪਰ ਉਹ ਕੋਈ ਪ੍ਰੋਫੈਸਰ ਸੀ, ਕੋਈ ਵਿਚਾਰੀ ਲੈਕਚਰਰ ਲੱਗੀ ਸੀ, ਕੋਈ ਟ੍ਰੈਜਡੀ ਕਰਕੇ ਇੱਦਾਂ ਹੋ ਗਈ, ਕੋਈ ਕਿਸੇ ਦੇ ਵਿਚਾਰੇ ਘਰ ਦੇ ਹਾਲਾਤ ਇੱਕਦਮ ਮਤਲਬ ਸਟ੍ਰੈਸ ਕਹ ਲਓ ਵੀ ਜੋਬ ਨਾ ਮਿਲਣ ਕਰਕੇ, ਕੋਈ MA BEd ਲੜਕੀ ਹੈ ਰਾਤ ਨੂੰ ਧਾਰਮਿਕ ਕੇਂਦਰ ਦੇ ਨਾਲ ਸਹਿਮੀ ਬੈਠੀ ਹੈ। ਤੇ ਮੈਂ ਕਿਹਾ ਇੱਧਰ ਨੂੰ ਤੁਸੀਂ ਕਿੱਦਾਂ ਚਲੇ ਗਏ ਸੀ? ਕਹਿੰਦੀ ਮੈਂ ਧਾਰਮਿਕ ਕੇਂਦਰ ਦੇਖ ਕੇ ਇੱਧਰ ਨੂੰ ਚਲੀ ਗਈ ਹੈ, ਪਰ ਦਰਵਾਜ਼ੇ ਜਦੋਂ ਨਹੀਂ ਖੁੱਲ੍ਹੇ, ਜਦੋਂ ਸਰਕਾਰ ਦੇ ਵੀ ਦਰਵਾਜ਼ੇ ਬੰਦ ਹੋ ਜਾਣ, ਚਾਰ ਚੁਫੇਰੇ ਹਨੇਰਾ ਦਿਖੇ, ਤੇ ਫਿਰ ਇਹ ਨਾਗਰਿਕ ਕਿੱਥੇ ਜਾਣ? ਕੀ ਗੱਲ ਹੈ, ਸਾਡੀ ਸਟੇਟ ਦੇ ਨਾਗਰਿਕ ਨਹੀਂ ਹੈਗੇ? ਨਹੀਂ, ਇਹਨਾਂ ਦੇ ਰਵੱਈਏ ਤੋਂ ਤਾਂ ਇਹੀ ਲੱਗਦਾ ਜੀ ਕਿ ਇਹਨਾਂ ਨੂੰ ਕੋਈ ਮਤਲਬ ਨਾਗਰਿਕ ਤਾਂ ਦੂਰ ਹੈ, ਤਾਂ ਇਹਨਾਂ ਪ੍ਰਤੀ ਮਤਲਬ ਇਹੀ ਨਹੀਂ ਮੰਨਦੇ ਕਿ ਇਹਨਾਂ ਦੀ ਹੋਂਦ ਹੈ ਜਾਂ ਨਹੀਂ। ਜਿੱਦਾਂ ਦੇ ਰਵੱਈਏ ਤੁਸੀਂ ਦੱਸ ਰਹੇ ਹੋ ਜਾਂ ਜਿੱਦਾਂ ਦੇ ਦਿਖ ਰਹੇ ਨੇ, ਦੱਸਣਾ ਕੀ ਹੈ ਜੀ। ਵਕਤ ਇੱਕ ਪਿਆਰੇ ਦਰਸ਼ਕੋ ਬ੍ਰੇਕ ਦਾ ਹੋਇਆ। ਮੈਂ ਇਸ ਗੰਭੀਰ ਮੁੱਦੇ ਦੇ ਵਿੱਚ ਰੋਕਣਾ ਨਹੀਂ ਚਾਹੁੰਦਾ ਹੁੰਦਾ, ਕਿਉਂਕਿ ਕਈ ਵਾਰ ਨਾ ਤਕਨੀਕੀ ਤੌਰ ਦੇ ਉੱਤੇ ਤੁਹਾਡੇ ਜਜ਼ਬਾਤ ਵੀ ਜੁੜ ਜਾਂਦੇ ਆ, ਔਰ ਦੇਸ਼ ਦੇ ਅਸਲ ਹਾਲਾਤ ਦੇਖਦੇ ਹੋਏ ਕਈ ਵਾਰੀ ਤੁਹਾਨੂੰ ਖਿਝ ਵੀ ਚੜ੍ਹਦੀ ਹੁੰਦੀ ਹੈ। ਪਰ ਇਹਨਾਂ ਗੱਲਾਂ ਦੇ ਉੱਤੇ ਚਰਚਾ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ, ਜਾਰੀ ਰੱਖਾਂਗੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਸਵਾਗਤ ਹੈ। ਸਮਾਜ ਸੇਵਾ ਤੇ ਸੰਵਿਧਾਨ, ਔਰ ਸਮਾਜ ਸੇਵਾ ਕਰਦਿਆਂ ਹੋਇਆਂ, ਸੰਵਿਧਾਨਕ ਡਿਊਟੀ ਪੂਰੇ ਕਰਦਿਆਂ ਹੋਇਆਂ, ਜ਼ਿੰਮੇਵਾਰੀਆਂ ਪੂਰੇ ਕਰਦਿਆਂ ਹੋਇਆਂ ਮੁਸ਼ਕਲਾਂ ਕਿਹੜੀਆਂ ਆ ਰਹੀਆਂ ਨੇ, ਔਰ ਸਿਸਟਮ ਕਿਵੇਂ ਨਕਾਰਾ ਹੋਇਆ ਬੈਠਾ, ਅਧਿਕਾਰੀ ਕਿਵੇਂ ਨਕਾਰੇ ਹੋਏ ਬੈਠੇ ਨੇ, ਜਵਾਬ ਹੀ ਦੇ ਦਿੰਦੇ ਆ। ਐਂਬੂਲੈਂਸਾਂ ਚੁੱਕਦੀਆਂ ਨਹੀਂ ਹੈ, ਜਿੱਥੇ ਅਰਬਾਂ ਰੁਪਈਏ ਲਾ ਕੇ ਐਡੇ ਵੱਡੇ ਢਾਂਚੇ ਖੜੇ ਕੀਤੇ ਨੇ, ਉਹ ਬਜ਼ੁਰਗਾਂ ਨੂੰ ਰੱਖਣ ਦੇ ਅਸਮਰਥ ਹੋ ਜਾਂਦੇ ਨੇ। ਕਹਿੰਦੇ ਕਿ ਇੱਕ ਜੇ ਬਜ਼ੁਰਗ ਰੱਖਾਂਗੇ ਤਾਂ ਉਹਦੇ ਲਈ ਕੇਅਰ ਟੇਕਰ ਰੱਖਣਾ ਪਏਗਾ। ਖਾਤਿਆਂ ਦੇ ਵਿੱਚ ਸਾਰਾ ਕੁਝ ਚੜ੍ਹਦਾ ਹੈ, ਸਰਕਾਰੀ ਖਾਤਿਆਂ 'ਚ ਸਭ ਡਿਊਟੀਆਂ, ਸਭ ਪੈਸੇ, ਸਭ ਫੰਡ ਚੱਲਦੇ ਆ। ਭਾਈ ਸਾਹਿਬ ਮੁੜ ਤੋਂ ਸਵਾਗਤ ਹੈ। ਆਪਾਂ ਇੱਕ ਨਾ ਛੋਟੀ ਬੱਚੀ ਦੀ ਬਾਤ ਤੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਉਸ ਬੱਚੀ ਦੇ ਮਾਤਾ ਪਿਤਾ ਵੀ ਮਿਲ ਗਏ, ਪਰੰਤੂ ਜਦੋਂ ਮਾਤਾ ਪਿਤਾ ਨੂੰ ਸੌਂਪਣ ਦਾ ਵਕਤ ਆਇਆ, ਉਹਦੇ ਵਿੱਚ ਵੀ ਇੱਕ ਲੰਬਾ ਇਹਨਾਂ ਨੇ ਬਖੇੜਾ ਖੜਾ ਕਰਤਾ ਕਿ ਸਰਕਾਰੀ ਅਧਿਕਾਰੀਆਂ ਦੇ ਟਾਈਮ ਹੋ ਗਏ ਜੀ ਕੁਰਸੀਆਂ ਤੋਂ ਉੱਠਣ ਦੇ, ਤੇ ਫਲਾਣਾ ਟਾਈਮ। ਉਹ ਕੀ ਕਹਾਣੀ? ਨਹੀਂ, ਟਾਈਮ ਹੋਏ ਨਹੀਂ, ਟਾਈਮ ਤਾਂ 24 ਘੰਟੇ ਨਾਗਰਿਕ, ਜਦੋਂ ਜਿਹੜੀਆਂ ਬਾਡੀਜ਼ ਇਹਨਾਂ ਦੇ ਲਈ ਬਣੀਆਂ ਜੀ, ਅਧਿਕਾਰੀ ਐਮਰਜੈਂਸੀ ਦੇ ਕਿਸੇ ਵੇਲੇ ਵੀ ਕੋਈ ਬੱਚਾ ਹੈ ਸੜਕ ਤੇ ਕਿਸੇ ਵੇਲੇ ਵੀ ਮਿਲ ਸਕਦਾ ਹੈ, ਕੋਈ ਕਿਸੇ ਵੇਲੇ ਵੀ ਇਹ ਹਾਲਾਤ ਜਿਹੜੀਆਂ ਕ੍ਰੀਏਟ ਹੋ ਸਕਦੇ ਆ ਘਰ ਦੇ ਵਿੱਚ। ਤੇ ਇਹ 24 ਘੰਟੇ ਦੀਆਂ ਡਿਊਟੀਆਂ ਹੈਗੀਆਂ, 24 ਆਵਰਸ ਦੇ ਸੇਵਾਦਾਰ ਹੈਗੇ ਆ। ਇਹ ਮੇਰੇ ਲਈ ਨਵੀਂ ਜਾਣਕਾਰੀ ਹੈ, ਤੁਹਾਡੇ ਲਈ ਵੀ ਲਓ। ਇਹ 8 ਤੋਂ 5 ਤੇ 9 ਤੋਂ 10 ਵਾਲਾ ਤੱਕ ਨਹੀਂ ਹੈ, ਇਹ 24 ਆਵਰ ਐਮਰਜੈਂਸੀ, ਇਹ ਸਾਰੇ ਐਮਰਜੈਂਸੀ ਦੇ ਵਿੱਚ ਆਉਂਦੇ। ਜਿੰਨੀ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈਗੀ ਹੈ, ਭਾਵੇਂ ਉਹ ਮੈਂਟਲੀ ਕੋਈ ਵਿਚਾਰਾ ਡਿਪਰੈਸ਼ਨ ਤੋਂ ਪੀੜਤ ਹੈ, ਉਹਦੇ ਵੀ ਜਿੰਨੇ ਵੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੈਗੇ ਆ, ਸਬ ਰੀਜਨਲ ਮੈਜਿਸਟ੍ਰੇਟ ਹੈਗੇ ਆ, ਜਿੰਨੇ ਵੀ ਅਧਿਕਾਰੀ ਹੈਗੇ ਆ ਜਿਨ੍ਹਾਂ ਨੇ ਕਿ ਲਾਈਕ ਕਿ ਇਹ ਐਮਰਜੈਂਸੀ ਜਿਹੜੇ ਹਾਲਾਤ ਹੈ ਸੋਸ਼ਲ ਸਿਕਿਉਰਿਟੀ ਜਿਸ ਵੇਲੇ ਪ੍ਰੋਵਾਈਡ ਕਰਨ ਦੀ ਲੋੜ ਪੈਂਦੀ ਹੈ, ਇਹਦੇ ਉੱਤੇ ਵਿੱਚ ਨਾ ਕੋਈ ਸੰਡੇ ਹੁੰਦਾ ਹੈ। ਅਸੀਂ ਸੰਡੇ ਨੂੰ ਵੀ ਲਾਈਕ ਇਹਨਾਂ ਦੇ ਜਦੋਂ ਕੋਈ ਹਾਲਾਤ ਐਸੇ ਦੇਖੇ ਤੇ ਉਹ ਲਾਈਕ ਜਿਹੜੇ ਸੰਬੰਧਿਤ ਮੈਜਿਸਟ੍ਰੇਟ ਹੈਗੇ ਆ ਉਹਨਾਂ ਨੂੰ ਜਦ ਮੈਂ ਪੁੱਛਿਆ ਵੀ ਜੇ ਇਹਨਾਂ ਨਾਲ ਕੋਈ ਘਟਨਾ ਘਟ ਗਈ ਜ਼ਿੰਮੇਵਾਰ ਕੌਣ ਹੈ, ਕਹਿੰਦੇ ਅਸੀਂ ਵੀ ਲਿਆਓ। ਉਹ ਸਾਰੇ ਕੰਮ ਛੱਡ ਕੇ ਜਿੱਥੇ ਨੂੰ ਵੀ ਜਾ ਰਹੇ ਸੀ, ਉਹਨਾਂ ਨੂੰ ਪਤਾ ਹੈ ਕਿ 24 ਘੰਟੇ ਸਾਡੀ ਡਿਊਟੀ ਹੈਗੀ ਹੈ। ਨਾਗਰਿਕ ਨੂੰ ਅਸੀਂ ਲਵਾਰਸ ਨਹੀਂ ਕਰ ਸਕਦੇ ਆਪਣੇ ਦੇਸ਼ ਦੇ ਵਿੱਚ, ਆਪਣੀ ਸਟੇਟ ਦੇ ਵਿੱਚ। ਇਸ ਕਰਕੇ ਮਤਲਬ ਟਾਈਮ ਜਿਹੜੇ ਹੈਗੇ ਆ, ਇਹ ਟਾਈਮ ਦੇ ਵਿੱਚ ਕਿਸੇ ਦੀ ਜਾਨ ਨਾਲ, ਕਿਸੇ ਦੀ ਉਹਦੀ ਚੀਜ਼ ਨਾਲ ਖਿਲਵਾੜ ਨਹੀਂ ਹੋ ਸਕਦਾ। ਜਿਸ ਵੇਲੇ ਇੰਨੀ ਬੇਸਬਰੀ ਨਾਲ ਬੰਦੇ ਆਪਸ ਵਿੱਚ ਮਿਲਦੇ ਆ, ਜਿਹੜੇ ਵਿਛੜੇ ਹੋਏ ਆ ਬੱਚੇ ਮਿਲਦੇ ਆ, ਤੇ ਅਸੀਂ ਕਹੀਏ ਵੀ ਇਸ ਵੇਲੇ 4 ਵਜ ਗਏ, ਇਸ ਵੇਲੇ 4:30 ਵਜ ਗਏ, ਤੇ ਇਹਨਾਂ ਨੂੰ ਫਿਰ ਬਾਅਦ ਦੇ ਵਿੱਚ ਬੁਲਾ ਲਓ। ਉਹਨਾਂ ਦੀ ਜਗ੍ਹਾ ਖੜ ਕੇ ਸੋਚੋ ਜਰਾ, ਜੇਕਰ ਸਾਡਾ ਬੱਚਾ ਸਾਨੂੰ ਮਿਲਿਆ ਹੁੰਦਾ। ਤੇ ਇਹ ਜਿਹੜੀਆਂ ਚੀਜ਼ਾਂ ਸੈਂਸਿਟਾਈਜ਼ ਕਰਨ ਦੀ ਲੋੜ ਹੈ, ਅਨਸਰੇਬਲ ਬਣਾਉਣ ਦੀ ਲੋੜ ਹੈ। ਜੇਕਰ ਕੋਈ ਫੈਸਿਲਿਟੀ ਦੀ ਕਮੀ ਹੈ, ਉਹਨਾਂ ਨੂੰ ਫੈਸਿਲਿਟੀ ਦੇਣ ਦੀ ਲੋੜ ਹੈ।
ਤੇ ਜੇਕਰ ਕੋਈ ਵਹੀਕਲ ਦੀ ਲੋੜ ਆ, ਵਹੀਕਲ ਦੇਣ ਦੀ ਲੋੜ ਆ, ਵਹੀਕਲ ਤੇ ਸਾਨੂੰ ਸੰਗਤ ਨੇ ਦਿੱਤੇ ਹੋਏ ਆ। ਅਸੀਂ ਸਲੂਟ ਕਰਦੇ ਹਾਂ ਜਿੰਨੇ ਵੀ ਸਾਡੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੀ ਸਤਿਕਾਰਯੋਗ ਸੰਗਤ ਹੈਗੀ ਹੈ, ਸਮਾਜ ਦਾ ਦਰਦ ਰੱਖਣ ਵਾਲੀ। ਇੰਨਾ ਦਰਦ ਜਿਵੇਂ ਬੱਚਿਆਂ ਨੂੰ ਮਾਪਿਆਂ ਦਾ ਦਰਦ ਹੁੰਦਾ ਨਾ, ਉਹ ਇਹਨਾਂ ਨੂੰ ਪੰਜਾਬ ਦਾ ਇੰਨਾ ਦਰਦ ਤੇ ਇੱਥੋਂ ਦੇ ਨਾਗਰਿਕ ਦਾ ਇਸ ਦੇਸ਼ ਦੇ ਇੰਨਾ ਦਰਦ ਕਿ ਉਹ ਸੜਕਾਂ ਤੇ ਨਾ ਰੁਲੇ ਤੇ ਜਾਂ ਉਹ ਇਹੋ ਜਿਹੇ ਮਤਲਬ ਕਹ ਲਓ ਵੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਘਰ ਦੇ ਵਿੱਚ ਇੱਕ ਇਲਾਜ ਨੂੰ ਜਿਹੜੇ ਸਾਨੂੰ ਕਹਿੰਦੇ ਨਾ ਸਾਨੂੰ ਸਾਇਨਾਈਡ ਦੇ ਦੇ ਤੇ ਸਾਨੂੰ ਦੱਬ ਦੇ ਤੇ ਸਾਨੂੰ ਸਥਿਤੀ ਇੱਥੇ ਪਹੁੰਚੀ ਪਈ ਹੈ ਜੀ ਤੁਹਾਡੇ ਕੋਲ ਇਦਾਂ ਦੇ ਕੇਸ ਜਿਨ੍ਹਾਂ ਦੇ ਕੋਲ ਪੈਸੇ ਦਾ ਅੰਤ ਨਹੀਂ, ਉਹ ਕਹਿ ਰਹੇ ਹੈ ਕਿਉਂਕਿ ਉਹਨਾਂ ਦੇ ਪੈਸੇ ਨੂੰ ਲਿੰਕ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੇ ਲਈ ਪਾਲਿਸੀ ਬਣਾਉਣਾ ਕਿੱਡਾ ਕੁ ਵੱਡਾ ਕੰਮ ਹੈ। ਤੇ ਸਾਨੂੰ 75,000 ਚਾਹੀਦੇ ਆ, ਬਾਰ-ਬਾਰ ਚਾਹੀਦੇ ਹੈਗੇ ਆ। ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾ ਸਕਦਾ। ਇੱਕ ਇਨਸਾਨ ਦੇ ਕੋਲ ਪੈਸੇ ਹੈਗੇ ਆ, ਉਹਦੀ ਪੈਨਸ਼ਨ ਬਹੁਤ ਜ਼ਿਆਦਾ ਹੈਗੀ ਹੈ, ਸਾਰੀ ਉਮਰ ਉਹਨੇ ਕੰਮ ਕੀਤਾ, ਪਰ ਇਸ ਵੇਲੇ ਹਾਲਾਤ ਐਸੇ ਬਣ ਗਏ ਉਹ ਆਪਣੀ ਰੋਟੀ ਆਪ ਨਹੀਂ ਵਿਚਾਰੇ ਅਰੇਂਜ ਕਰ ਸਕਦੇ। ਹੋਟਲ ਤੋਂ ਜੇ ਕੋਈ ਰੋਟੀ ਉਹਨਾਂ ਦੇ ਲਈ ਲਗਾਈ ਜਾਂਦੀ ਹੈ ਤੇ ਉਹ ਮਤਲਬ ਉਹਦੇ ਵਿੱਚ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹੈਗੀਆਂ। ਉਹ ਰੋਟੀ ਲੈਣ ਵਾਸਤੇ ਜਾਂਦੇ ਆ, ਬਾਹਰ ਗਿਰ ਜਾਂਦੇ ਆ ਤੇ ਉਹਨਾਂ ਨੂੰ ਮਤਲਬ ਪਿੱਛੇ ਬੱਚਾ ਹੈਗਾ ਉਹ ਵੀ ਡਿਪਰੈਸ਼ਨ ਦੇ ਵਿੱਚ ਹੈਗਾ। ਉਹਨਾਂ ਲੋਕਾਂ ਦੇ ਕੋਲ ਇੰਨਾ ਪੈਸਾ ਹੈਗਾ, ਇਹ ਜਿਹੜੇ ਜੋ ਮੈਂ ਗੱਲਾਂ ਕਰ ਰਿਹਾ ਇਹਨਾਂ ਦੇ ਸਾਰੇ ਰਿਕਾਰਡ ਹੈਗੇ, ਪ੍ਰੈਕਟੀਕਲ ਨੇ, ਸਾਰੀਆਂ ਪ੍ਰੈਕਟੀਕਲ ਹੈਗੀਆਂ, ਸਾਡੀਆਂ ਹੱਡ ਬੀਤੀਆਂ ਹੈਗੀਆਂ। ਮੈਂ ਹੋਰ ਦੂਜੀ ਦੀ ਗੱਲ ਕਰਾਂ, ਤੀਜੀ ਦੀ ਗੱਲ ਕਰਾਂ, ਅੰਦਰ ਟਿਫਨ ਲੈ ਕੇ ਨਹੀਂ ਵੜ ਰਹੇ, ਇੰਨੀ ਵੱਡੀ ਕੋਠੀ ਹੈਗੀ ਹੈ ਤਾਂ ਮਤਲਬ ਨਾਗਰਿਕ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਸਮੈਲ ਇੰਨੀ ਹੈ ਅੰਦਰ, ਉਹ ਮਤਲਬ ਪੈਰਾਲਾਈਸਿਸ ਕਰਕੇ ਵਿਚਾਰੇ ਟਾਇਲਟ ਵੀ ਆਪਣਾ ਜਿਹੜਾ ਉੱਥੇ ਨਹੀਂ ਜਾ ਸਕਦੇ, ਸਭ ਕੁਝ ਉੱਥੇ ਪਾਸ ਕਰੀ ਜਾਂਦੇ ਆ। ਜਦੋਂ ਸਾਡੇ ਕੋਲ ਖਬਰ ਪਹੁੰਚੀ ਹੈ, ਸਟੇਟ ਦੇ ਆਫੀਸਰ ਜਿਹੜੇ ਉਸ ਡਿਪਾਰਟਮੈਂਟ ਦੇ ਹੈਗੇ ਆ ਉਹਨਾਂ ਨੂੰ ਰਿਕੁਐਸਟ ਕਰਨ ਤੋਂ ਬਾਅਦ ਉਹਨਾਂ ਨੇ ਹੱਥ ਖੜੇ ਕਰ ਦਿੱਤੇ, ਸਾਡੇ ਕੋਲ ਪਹੁੰਚੀ ਹੈ। ਜਦੋਂ ਜਾ ਕੇ ਦੇਖਿਆ ਤੇ ਅੰਦਰ ਵੜਿਆ ਨਹੀਂ ਸੀ ਜਾ ਰਿਹਾ, ਵਾਕਈ ਸਮੈਲ ਜਿਹੜੀ 3-3 4-4 ਕੋਠੀਆਂ ਤੱਕ ਫੈਲੀ ਹੋਈ ਸੀ। ਤੇ ਬਸ ਉਹ ਕਹਿੰਦੇ ਵੀ ਸਾਨੂੰ ਦੇ ਕੁਛ, ਸਾਡੀ ਜਿਹੜੀ ਹੈ ਵੀ ਕਿਸ ਤਰੀਕੇ ਨਾਲ ਡੈਥ ਹੋ ਜਾਵੇ, ਸਾਡਾ ਖਹਿੜਾ ਛੁੱਟ ਜੇ। ਇੱਦਾਂ ਹੀ ਇੱਕ ਨਹੀਂ ਹੈ, ਬਹੁਤ ਸਾਰੇ ਕੇਸ ਹੈਗੇ ਆ ਜਿਹੜੇ ਕਿ ਇੰਨੇ ਪਰੇਸ਼ਾਨ ਹੋ ਗਏ ਜਿਨ੍ਹਾਂ ਕੋਲ ਪੈਸੇ ਦਾ ਕੋਈ ਹਿਸਾਬ ਨਹੀਂ, ਪੈਸੇ ਦਾ ਅੰਤ ਨਹੀਂ। ਜਦੋਂ ਅਸੀਂ ਗੱਲ ਕਰਦੇ ਹਾਂ ਵੀ ਇਹਨਾਂ ਦਾ ਪੈਸਾ ਜਿਹੜਾ ਹੈਗਾ ਇਹਨਾਂ ਦੇ ਉੱਤੇ ਲਗਾ ਕੇ ਇਹਨਾਂ ਨੂੰ ਠੀਕ ਹੋਣ ਦਾ ਮੌਕਾ ਕਿਉਂ ਨਹੀਂ ਮਿਲ ਸਕਦਾ? ਇਹ ਤਾਂ ਬੜੀ ਸਿੰਪਲ ਪਾਲਿਸੀ ਬਣਾਉਣ ਦੀ ਗੱਲ ਹੈ। ਤੇ ਕਿੰਨਾ ਕੁ ਵੱਡਾ ਪੈਸਾ ਉਹਨਾਂ ਦਾ ਹੈ, ਉਹਨਾਂ ਕੋਲੇ ਹੈ, ਤੁਸੀਂ ਕੋਈ ਕੇਅਰ ਟੇਕਰ ਜਾਂ ਉਹਦੀ ਵਿਵਸਥਾ ਕੀਤੀ ਜਾ ਸਕਦੀ, ਕੋਈ ਵੱਡੀ ਗੱਲ ਨਹੀਂ। ਤੇ ਉਹ ਆਪਣੇ ਆਪ ਲਈ ਆਪਣਾ ਪੈਸਾ ਖਰਚ ਦੇਣਗੇ। ਹਾਂ, ਬਹੁਤ ਪੈਸਾ ਉਹਨਾਂ ਦੇ ਕੋਲ, ਬੜੀ ਪੈਨਸ਼ਨ ਹੈਗੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਡੇ ਸਮਾਜ ਦੇ ਵਿੱਚ। ਸਮਾਜ ਜਿਹੜਾ ਹੈਗਾ, ਸਮਾਜ ਨੂੰ ਸੰਭਾਲਣ ਦੇ ਲਈ ਜਿਹੜਾ ਸੰਵਿਧਾਨ ਬਣਾਇਆ, ਜੇ ਉਹਨੂੰ ਇੰਪਲੀਮੈਂਟ ਕਰੀਏ ਤੇ ਹਾਲਾਤ ਸਾਡੇ ਵੱਡੀ ਗਿਣਤੀ 'ਚ ਬਦਲ ਜਾਣਗੇ, ਰੋਲਣ ਤੋਂ ਬਚ ਜਾਣਗੇ ਲੋਕ। ਹੁਣ ਦਿਨ ਰਾਤ ਭਾਵੇਂ ਅਸੀਂ ਬਿਲਡਿੰਗਾਂ ਬਣਾਉਣ ਤੇ ਲੱਗੇ ਹੋਏ, ਹੁਣ ਵੀ ਸਾਡੇ ਮੈਂਬਰ ਉੱਪਰ ਚੜੇ ਹੋਏ ਆ ਬਿਲਡਿੰਗਾਂ ਤੇ, ਦਿਨ ਰਾਤ ਲੱਗੇ ਹੋਏ ਆ। ਕਾਹਦੇ ਵਾਸਤੇ? ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ। ਫਿਰ ਇਹ ਬਿਲਡਿੰਗਾਂ ਦੇ ਪੈਸੇ ਮੰਗਦੇ ਆ ਕਿ ਸਾਨੂੰ ਪੈਸੇ ਦਿਓ, ਤੁਹਾਡੀਆਂ ਡਿਊਟੀਆਂ ਨਿਭਾਉਣੀਆਂ, ਤੁਹਾਨੂੰ ਪੈਸੇ ਦੇਣੇ। ਫਿਰ ਕ੍ਰਿਮੀਨਲ ਜਿਹੜੇ ਹੋ ਜੇ ਕੇਸ, ਮਤਲਬ ਅਲੱਗ-ਅਲੱਗ ਤਰੀਕਿਆਂ ਨਾਲ ਆਪਣੀ ਸਾਡੀ ਸਰਕਾਰ ਹੈ, ਕੋਈ ਸ਼ੱਕ ਨਹੀਂ, ਅਸੀਂ ਆਪ ਸਾਰਿਆਂ ਨਾਲ ਮਿਲ ਕੇ ਬਣਾਈ ਹੈਗੀ ਹੈ ਤੇ ਸਾਡਾ ਆਪਣਾ ਦੇਸ਼ ਹੈ, ਸਾਡਾ ਆਪਣੀ ਸਟੇਟ ਹੈਗੀ ਹੈ। ਪਰ ਐਟੀਟਿਊਡ ਜਿਹੜਾ ਹੈਗਾ, ਨੀਤੀ ਜਿਹੜੀ ਹੈਗੀ ਹੈ, ਜੇ ਹੈਗੀ ਹੈ ਤਾਂ ਫਿਰ ਨੀਅਤ ਜੇਕਰ ਥੋੜੀ ਜਿਹੀ ਵੀ ਹੋ ਜੇ ਤੇ ਬਹੁਤ ਸਾਰੇ ਲੋਕ ਸਪੋਰਟ ਕਰਕੇ ਅਸੀਂ ਆਪਣੇ ਨਾਗਰਿਕਾਂ ਨੂੰ ਇਹੋ ਜਿਹੇ ਐਮਰਜੈਂਸੀ ਹਾਲਾਤਾਂ 'ਚ ਟੀਮਾਂ ਬਣਾਈਆਂ ਜਾ ਸਕਦੀਆਂ ਡਿਸਟ੍ਰਿਕਟ ਲੈਵਲ ਤੇ। ਮੇਰਾ ਇੱਕ ਸਵਾਲ ਆ ਰਿਹਾ ਇਸ ਸਾਰੇ ਦੇ ਦਰਮਿਆਨ ਕਿ ਕੀ ਅਸੀਂ ਮਾਣਯੋਗ ਅਦਾਲਤਾਂ ਦਾ ਬੂਹਾ ਨਹੀਂ ਖੜਕਾ ਸਕਦੇ, ਰੁਖ ਨਹੀਂ ਕਰ ਸਕਦੇ ਹੈਗੇ ਇਹ ਸਾਰੇ ਮਸਲਿਆਂ ਨੂੰ ਲੈ ਕੇ ਨਾ, ਸਾਰਿਆਂ ਮਾਮਲਿਆਂ ਨੂੰ ਲੈ ਕੇ, ਕਿ ਜ਼ਿੰਮੇਵਾਰੀਆਂ ਜਿਹੜੇ ਜਿਸ ਸਿਸਟਮ ਦੀਆਂ ਢਾਂਚੇ ਦੀਆਂ ਬਣਦੀਆਂ ਨੇ ਜਾਂ ਲੀਡਰਾਂ ਦੀਆਂ ਬਣਦੀਆਂ ਨੇ ਜਾਂ ਸਿਆਸਤਦਾਨਾਂ ਦੀਆਂ ਬਣਦੀਆਂ ਨੇ, ਉਹ ਜ਼ਿੰਮੇਵਾਰੀਆਂ ਤੋਂ ਉਹ ਮੁਨਕਰ ਨੇ, ਉਹ ਭੱਜਦੇ ਨੇ। ਡਿਪਾਰਟਮੈਂਟ ਕੰਮ ਨਹੀਂ ਕਰ ਰਹੇ, ਬਣਾਈਆਂ ਹੋਈਆਂ ਬਿਲਡਿੰਗਾਂ ਚਿੱਟੇ ਹਾਥੀ ਤੋਂ ਵੱਧ ਕੁਝ ਸਾਬਤ ਨਹੀਂ ਹੋ ਰਹੀਆਂ, ਉਹਨਾਂ ਦੇ ਖਰਚੇ ਲਗਾਤਾਰ ਪੈ ਰਹੇ ਨੇ, ਪਰ ਕੰਮ ਜਾਂ ਆਊਟਪੁੱਟ ਕੁਝ ਨਹੀਂ ਨਿਕਲ ਰਹੀ। ਕੀ ਅਸੀਂ ਮਾਣਯੋਗ ਅਦਾਲਤਾਂ ਦੇ ਰਾਹੀਂ ਕੋਈ ਸੁਧਾਰ ਦੀ ਉਮੀਦ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਜਿੱਦਾਂ PIL ਕੋਈ ਇਦਾਂ ਦੀ ਪਵੇ ਇਹਨਾਂ ਨਾਗਰਿਕਾਂ ਨੂੰ ਮੁੱਖ ਰੱਖਦੇ ਹੋਏ? ਇਸ ਦੇ ਲਈ ਵੈਸੇ ਬੜੀ ਇਸ ਵੇਲੇ ਜਿਵੇਂ ਆਪਾਂ ਕਹੀਏ ਨਾ ਵੀ ਸਾਨੂੰ ਇਹ ਹੈ ਤਾਂ ਸਿਸਟਮ ਹੈ, ਸਿਸਟਮ ਦੇ ਵਿੱਚ ਜਿਹਦੇ ਵਿੱਚ ਬਿਊਰੋਕਰੇਟਸ ਨੇ ਆਪਣੇ ਕੰਮ ਕਰਨੇ ਹੈ, ਪੋਲੀਟੀਸ਼ੀਅਨ ਨੇ ਲੋੜ ਮੁਤਾਬਕ ਜੇ ਪ੍ਰੋਵੀਜ਼ਨ ਨਹੀਂ ਹੈਗੀ ਤੇ ਫਿਰ ਉਹ ਪ੍ਰੋਵੀਜ਼ਨ ਬਣਾਉਣੀ ਹੈ, ਉਹਦੀ ਡਿਊਟੀ ਹੈ ਇਹ। ਇਸੇ ਵਾਸਤੇ ਉਹਨਾਂ ਨੂੰ ਜਿਹੜੀ ਇਲੈਕਸ਼ਨ ਹੈ ਨਾ, ਇਸੇ ਵਾਸਤੇ ਇਲੈਕਟ ਕੀਤਾ ਗਿਆ ਹੈ ਵੀ ਸਮਾਜ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਜੇ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਉਹ 'ਚ ਅਮੈਂਡਮੈਂਟ ਕਰੋ। ਅੱਜ ਤੱਕ ਹੁੰਦੀ ਆਈ ਹੈ ਸੰਵਿਧਾਨ ਦੇ ਵਿੱਚ, ਹੈ ਨਾ, ਪਾਲਿਸੀਆਂ ਬਣਦੀਆਂ ਆਈਆਂ। ਤੇ ਹੁਣ ਜੇਕਰ ਉਹ ਵੀ ਫੇਲ ਹੋ ਜਾਣ, ਜਿਵੇਂ ਗੱਲ ਕਰਦੇ ਸੀ ਵੀ ਇਹ ਉਹ ਹੈ ਜਿਨ੍ਹਾਂ ਦਰਵਾਜ਼ੇ ਬੰਦ ਹੋ ਗਏ, ਨਾ ਇਸ ਵੇਲੇ ਸਿਰ ਤੇ ਪਰਿਵਾਰ ਹੈ ਤੇ ਨਾ ਕੋਈ ਸਹਾਰਾ ਹੋਰ ਸਮਾਜ ਦੇ ਵਿੱਚੋਂ ਦਿਖਿਆ ਤੇ ਨਾ ਕੋਈ ਸਰਕਾਰ ਦੇ ਵੱਲੋਂ ਦਿਸਿਆ ਤੇ ਨਾ ਹੀ ਹੁਣ ਇਹਨਾਂ ਕੋਲ ਐਸੀ ਏਬਲ ਬੋਡੀ ਹੈ ਕਿ ਆਪਣੀ ਜ਼ਿੰਦਗੀ ਆਪ ਕੱਟ ਸਕਣ, ਨਾ ਹੁਣ ਸਿਰ ਤੇ ਛੱਤ ਹੈ ਤੇ ਨਾ ਕੋਈ ਸਹਾਰਾ ਹੈ। ਤੇ ਫਿਰ ਲੋਕਤੰਤਰ ਦੇ ਵਿੱਚ ਬਹੁਤ ਵੱਡਾ ਇਹਨਾਂ ਪ੍ਰਤੀ ਜਿਹੜਾ ਫਰਜ਼ ਹੈਗਾ, ਜੇ ਇਹ ਲਾਈਕ ਇਸ ਵੇਲੇ ਫਿਰ ਲੋਕਤੰਤਰ ਦੇ ਉੱਤੇ ਕਿੱਡਾ ਵੱਡਾ ਸਵਾਲੀਆ ਨਿਸ਼ਾਨ ਹੋ ਜਾਂਦਾ ਹੈ। ਤੇ ਸਾਡੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ ਹੈ,
ਸਾਡੇ ਸਤਿਕਾਰਯੋਗ ਜਿਹੜੇ ਸ਼ਹੀਦ ਹੈ ਤੇ ਉਹਨਾਂ ਨੇ ਮਤਲਬ ਉਹਨਾਂ ਦੇ ਸੁਪਨੇ ਦਾ ਸਮਾਜ ਕਦੋਂ ਸਿਰਜਿਆ ਜਾਏਗਾ? ਆਹ ਕਲਪਨਾ ਤਾਂ ਨਹੀਂ ਸੀ ਉਹਨਾਂ ਦੀ। ਉਹ ਅਲਾਓ ਕਰ ਸਕਦੇ ਆ ਇਹਨਾਂ ਨੂੰ ਰੋਲਣ ਲਈ? ਨਹੀਂ ਕਰ ਸਕਦੇ। ਗੁਰੂਆਂ ਪੀਰਾਂ ਫਕੀਰਾਂ ਨੇ ਕਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਤਿਨ ਕਾ ਸੰਗ ਸਾਥ ਵੱਡਿਆਂ ਸੋ ਕਿਆ ਰੀਸ ਜਿੱਥੇ ਨੀ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਮਿਲੂੰਗਾ ਇਹਨਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਬੰਦੇ ਵੀ ਨਹੀਂ ਸਮਝਦੇ। ਤੇ ਗੁਰੂ ਸਾਹਿਬ ਨੇ ਸਰਬੰਸੀ ਲਗਾ ਦਿੱਤੀ ਇਹਨਾਂ ਦੇ ਲਈ। ਤੇ ਭਗਤ ਸਿੰਘ ਉਹਨਾਂ ਨੇ ਮਨੁੱਖੀ ਹੱਕਾਂ ਦੀ ਇੰਨੀ ਵੀ ਸਾਰਿਆਂ ਨੂੰ ਬਰਾਬਰ ਦੇ ਰਾਈਟਸ ਮਿਲਣੇ ਚਾਹੀਦੇ, ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦਾ ਮੌਕਾ ਮਿਲਣਾ ਚਾਹੀਦਾ। ਇਹਨਾਂ ਦੇ ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦੇ ਕਦੋਂ ਮੌਕੇ ਮਿਲਣਗੇ? ਹੁਣ ਇਸ ਚੀਜ਼ ਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ। ਮੈਂ ਨਾ ਪ੍ਰੋਗਰਾਮ ਦੀ ਸਮਾਪਤੀ ਮੈਂ ਇੱਕ ਖੁਸ਼ੀ ਵਾਲੀ ਖਬਰ ਨਾਲ ਕਰਨਾ ਚਾਹੁੰਦਾ। ਮੈਨੂੰ ਨਾਮ ਭੁੱਲ ਗਿਆ ਸਾਡੀ ਉਸ ਭੈਣ ਦਾ ਜਿਹੜੀ ਚੇਨਈ ਤੋਂ ਆਈ ਹੋਈ ਸੀ, ਸਾਊਥ ਇੰਡੀਆ ਤੋਂ ਆਈ ਹੋਈ ਸੀ, ਪਦਮਾਵਤੀ। ਉਹਨੇ ਮੇਰੇ ਨਾਲ ਸਾਡੇ ਨਾਲ ਕੈਮਰੇ ਦੇ ਉੱਤੇ 2 ਵਾਰ ਗੱਲ ਵੀ ਕੀਤੀ ਔਰ ਬੜੇ ਅੱਛੇ ਤਰੀਕੇ ਨਾਲ ਗੱਲ ਕੀਤੀ। ਪਿਛਲੀ ਵਾਰੀ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਸੀ, ਪਰ ਦਰਸ਼ਕੋ ਯਾਦ ਕਰਿਓ, ਉਹ ਨਾ ਸ਼ਾਇਦ ਫੁਲਕਾਰੀ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਉੱਦਾਂ ਦਾ ਕੰਮ ਕਰ ਰਹੀ ਸੀ ਜਿਹੜੇ ਆਪਣੀ ਸੰਸਥਾ ਦੇ ਉਹਨਾਂ ਦੇ ਕਾਰਜ ਖੇਤਰ ਦੇ ਵਿੱਚ ਉਹਨਾਂ ਦੀ ਕ੍ਰੀਏਟਿਵਿਟੀ ਜਿਹੜੀ ਕੰਮ ਹੈ। ਇੱਕ ਖੁਸ਼ੀ ਦੀ ਖਬਰ ਹੈ ਕਿ ਉਹ ਪਦਮਾਵਤੀ ਸਾਡੀ ਜਿਹੜੀ ਭੈਣ ਹੈ, ਥੋੜ੍ਹੇ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਅੱਜ ਪਤਾ ਲੱਗਿਆ ਕਿ ਥੋੜ੍ਹੇ ਦਿਨ ਪਹਿਲਾਂ ਵਾਹਿਗੁਰੂ ਦੀ ਮਿਹਰ ਹੋਈ, ਇਹਨਾਂ ਦੀ ਮਿਹਨਤ ਰੰਗ ਲੈ ਕੇ ਆਈ। ਮੈਂਟਲੀ ਵੀ ਠੀਕ ਹੋਈ, ਉਹ ਫਿਜ਼ੀਕਲੀ ਵੀ ਠੀਕ ਹੋਈ। ਇੱਥੇ ਇਸ ਪਰਿਵਾਰ ਦੇ ਵਿੱਚੋਂ ਸਮਾਂ ਗੁਜ਼ਾਰਨ ਤੋਂ ਬਾਅਦ ਉਹ ਆਪਣੇ ਨਵੇਂ ਪਰਿਵਾਰ ਨੂੰ ਜਾਂ ਆਪਣੇ ਪਰਿਵਾਰ ਨੂੰ ਮਿਲੀ। ਕੀ ਕਹਾਣੀ ਸੀ ਉਹ, ਆਪਾਂ ਨੂੰ ਕਿੱਦਾਂ ਮਿਲੀ ਸੀ, ਕਿੱਥੇ ਪਹੁੰਚ ਗਈ ਸੀ ਤੇ ਹੁਣ ਆਪਣੇ ਕੋਲ? ਹਾਂਜੀ, ਕੋ ਹਾਲਾਤ ਐਸੇ ਬਣ ਗਏ ਘਰ ਦੇ, ਲਾਈਕ ਜਿਸ ਵੇਲੇ ਮਾਂ-ਬਾਪ ਸਿਰ ਤੇ ਨਹੀਂ ਰਹੇ, ਸਟ੍ਰੈਸ ਬਹੁਤ ਜ਼ਿਆਦਾ ਹੋ ਗਿਆ, ਡਿਪਰੈਸ਼ਨ ਚਲੀ ਗਈ, ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਸਾਰੀ ਸਟੋਰੀ ਯਾਦ ਹੈ ਜੀ। ਤੇ ਚਲੋ ਫਿਰ ਪਰਮਾਤਮਾ ਦੀ ਕਿਰਪਾ ਨਾਲ ਹੈ ਨਹੀਂ ਸਿਹਤ ਉਹਦੀ ਥੋੜੀ ਇੰਪਰੂਵ ਹੋਈ। ਮਤਲਬ ਸੋਚ ਕੇ ਉਹ ਵੀ ਵਿਚਾਰੀ ਚੱਲਦੀ ਸੀ ਕਿਉਂਕਿ ਫੈਮਿਲੀ ਦੇ ਵਿੱਚ ਕੋਈ ਹੋਰ ਉਹਨਾਂ ਨੂੰ ਨਹੀਂ ਸੀ ਕੋਈ ਲੁੱਕ ਆਫਟਰ ਕਰਨ ਵਾਲਾ। ਕੋਈ ਡਿਪਰੈਸ਼ਨ ਜਿਵੇਂ ਲੋੜ ਸਹਾਰੇ ਦੀ ਲੋੜ ਹੁੰਦੀ ਹੈ ਨਾ ਬੱਚੇ ਨੂੰ ਤੇ ਬਜ਼ੁਰਗਾਂ ਨੂੰ, ਤੇ ਡਿਪਰੈਸ਼ਨ ਵਾਲਿਆਂ ਨੂੰ ਸਹਾਰੇ ਦੀ ਲੋੜ, ਉਹ ਸਹਾਰਾ ਜਿਹੜਾ ਸੀ ਨਹੀਂ ਮਿਲ ਰਿਹਾ। ਟ੍ਰੇਨ 'ਚ ਬੈਠੀ ਵਿਚਾਰੀ ਕਿਤੇ ਖਰੜ ਪੁਲਿਸ ਸਟੇਸ਼ਨ ਤੇ ਜਿਹੜੀ ਰੁਕੀ ਜਦੋਂ ਟ੍ਰੇਨ, ਉਹਨਾਂ ਨੇ ਜਦੋਂ ਦੇਖਿਆ ਉਹਨਾਂ ਦੇ ਹਾਲਾਤ ਵੀ ਇਹ ਡਿਪਰੈਸ਼ਨ ਕਰਕੇ ਲੜਕੀ ਜਿਹੜੀ ਹੈਗੀ ਹੈ ਮਤਲਬ ਇਸ ਵੇਲੇ ਰੁਲ ਰਹੀ ਹੈ, ਉਹ ਪ੍ਰਭ ਆਸਰਾ ਸੰਸਥਾ 'ਚ ਦਾਖਲ ਹੋ ਗਈ ਸੀ। ਉਹ ਬੱਚੀ ਨੇ ਬਹੁਤ ਇੱਥੇ ਬੀਬੀ ਨੇ ਬੜਾ ਐਡਜਸਟ ਕੀਤਾ ਤੇ ਬੜਾ ਫਿਰ ਕਹਿ ਲਓ ਵੀ ਹੁੰਦਾ ਤੇ ਔਖਾ ਹੀ ਹੈ ਇਹ ਕਲਚਰ ਦਾ ਫਰਕ, ਫੂਡ ਦਾ ਫਰਕ, ਪਰ ਬੜੀ ਖੁਸ਼ੀ ਨਾਲ ਇੱਥੇ ਉਹਨੇ ਆਪਣੇ ਦਿਨ ਬਤੀਤ ਕੀਤੇ ਤੇ ਬੜੀ ਕ੍ਰੀਏਟਿਵ ਜਿਹੜੀ ਹੈ ਉਹ ਮਤਲਬ ਕਹਿ ਲਓ ਵੀ ਬੱਚੀ ਸੀ ਤੇ ਉਹਨੇ એનર્ਜੀ ਨਾਲ ਵੀ ਭਰੀ ਹੋਈ ਸੀ ਜਿੰਨੀ ਵਾਰ ਮਿਲਿਆ ਬਹੁਤ ਜ਼ਿਆਦਾ। ਤੇ ਪਰਮਾਤਮਾ ਦੀ ਕਿਰਪਾ ਨਾਲ ਸਮਾਜਦਰਦੀ ਸੱਜਣਾ ਦੇ ਸਹਿਯੋਗ ਨਾਲ ਤੇ ਉਹ ਫਿਰ ਹੁਣ ਆਪਣੇ ਦੁਬਾਰੇ ਫੇਰ ਕਹਿ ਲਓ ਵੀ ਲਾਈਕ ਆਪਣੇ ਏਰੀਏ ਦੇ ਵਿੱਚ ਉੱਥੇ ਆਪਣੇ ਵਤਨਾਂ ਦੇ ਵਿੱਚ ਆਪਣੇ ਸਟੇਟ ਦੇ ਵਿੱਚ ਉੱਥੇ ਜਾ ਕੇ ਜਿੱਥੇ ਲਾਈਕ ਜਿਹਨੂੰ ਕਹਿ ਲਓ ਵੀ ਹੁੰਦਾ ਹੀ ਹੈ ਕਿ ਉਸ ਤਰ੍ਹਾਂ ਦਾ ਫੂਡ, ਉਸ ਤਰ੍ਹਾਂ ਦਾ ਕਲਚਰ, ਲੈਂਗੁਏਜ ਦੀ ਵੀ ਪ੍ਰੋਬਲਮ ਜਿਹੜੀ ਸੀ ਉਹ ਪਰਮਾਤਮਾ ਦੀ ਕਿਰਪਾ ਨਾਲ ਉੱਥੇ ਪਹੁੰਚ ਗਈ। ਤੇ ਬੜੀ ਆਸ ਹੈ ਹੁਣ ਬੜੀ ਜਲਦੀ ਫਿਰ ਉਹ ਆਪਣੇ ਆਦਰ ਸਤਿਕਾਰ ਨਾਲ ਜਿਹੜੀ ਜ਼ਿੰਦਗੀ ਜੀਣ ਦੇ ਕੈਪੇਬਲ ਹੋਈ ਹੈ। ਇਸ ਦੇ ਲਈ ਮੈਂ ਪਰਮਾਤਮਾ ਦਾ ਇੱਥੇ ਸ਼ੁਕਰਗੁਜ਼ਾਰ ਹਾਂ। ਉੱਥੇ ਜਿਹੜੇ ਸਮਾਜ ਦਾ ਦਰਦ ਰੱਖਣ ਵਾਲੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਜਿਹੜੇ ਇਹਨਾਂ ਇੱਥੇ ਕੰਟਰੀਬਿਊਟ ਕਰਦੇ ਆ, ਜਿਹਦੇ ਨਾਲ ਸੈਂਕੜੇ ਨਾਗਰਿਕਾਂ ਦਾ ਇਲਾਜ ਚੱਲ ਰਿਹਾ ਹੈ ਤੇ ਠੀਕ ਹੋਣ ਦਾ ਮੌਕਾ ਮਿਲ ਰਿਹਾ ਹੈ ਤੇ ਆਪਣੇ ਪਰਿਵਾਰਾਂ ਦੇ ਦੁਬਾਰੇ ਆਪਣੇ ਕਹਿ ਲਓ ਵੀ ਦੁਬਾਰਾ ਫਿਰ ਰੀਹੈਬਿਲਿਟੇਟ ਹੋ ਕੇ ਨਾਰਮਲ ਜ਼ਿੰਦਗੀ ਜੀਣ ਦੇ ਕੈਪੇਬਲ ਬਣ ਰਹੇ ਹੈ। ਪਰਮਾਤਮਾ ਇਹਨਾਂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਸ਼ਕਤੀਆਂ ਬਖਸ਼ੇ, ਜਿਸ ਦੇ ਕਾਰਨ ਇੰਨੇ ਨਾਗਰਿਕ ਜਿਹੜੇ ਹੈਗੇ ਹੈ ਉਹਨਾਂ ਨੂੰ ਇਹ ਸਹਾਰਾ ਮਿਲ ਰਿਹਾ ਹੈ। ਤੇ ਵੱਡੀ ਗਿਣਤੀ ਦੇ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਰਕਾਰਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ, ਧਾਰਮਿਕ ਕੇਂਦਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਆਓ ਸਭ ਮਿਲ ਕੇ ਬਣਾਈਏ ਕਾਫਲਾ ਨਿਆਰਾ, ਤਾਂ ਜੋ ਸਮਾਜ ਦੇ ਵਿੱਚ ਸਾਡਾ ਸਾਥੀ ਰੁਲੇ ਨਾ ਬੇਸਹਾਰਾ। ਤੇ ਇਸ ਕਰਕੇ ਮੈਂ ਨਾ ਇੱਕ ਜ਼ਰੂਰ ਚਾਹਾਂਗਾ ਕਿ ਜਦੋਂ ਵੀ ਆਪਾਂ ਅਗਲੀ ਵਾਰ ਗੱਲ ਕਰੀਏ, ਮੈਂ ਜ਼ਰੂਰ ਚਾਹਾਂਗਾ ਕਿ ਦਰਸ਼ਕਾਂ ਦੀ ਉਹਨਾਂ ਪਰਿਵਾਰਾਂ ਨਾਲ ਸਾਂਝ ਪਾਈਏ ਜਿਨ੍ਹਾਂ ਦੇ ਜੀ ਵਿਛੜ ਗਏ ਸੀ ਪਰ ਆਪਣੀ ਸੰਸਥਾ ਕਰਕੇ ਮੁੜ ਤੋਂ ਪਰਿਵਾਰ ਮਿਲੇ ਆ। ਤੁਸੀਂ ਮੈਨੂੰ ਜ਼ਰੂਰ ਉਹਨਾਂ ਬਾਰੇ ਨਾ ਜਦੋਂ ਵੀ ਆਪਾਂ ਅਗਲੀ ਵਾਰੀ ਕਿਤੇ ਗੱਲ ਕਰਾਂਗੇ ਜ਼ਰੂਰ ਚਾਨਣਾ ਪਾਇਓ, ਕਿਉਂਕਿ ਵਿਛੜਿਆਂ ਨੂੰ ਮਿਲਣਾ ਔਰ ਮਿਲਣ ਦੀ ਜਿਹੜੀ ਇੱਕ ਕੜੀ ਤੁਸੀਂ ਬਣਦੇ ਹੋ ਉਹ ਕੜੀ ਬੜੀ ਮਹੱਤਵਪੂਰਨ ਹੁੰਦੀ ਹੈ। ਔਰ ਵਾਹਿਗੁਰੂ ਸਾਤੋਂ ਸੇਵਾ ਲਈ ਜਾਓ। ਉਹ ਸੀਨ ਹੀ ਇੱਦਾਂ ਹੁੰਦਾ ਜਦੋਂ ਚਿਰਾਂ ਤੋਂ ਵਿਛੜੇ ਮਿਲਦੇ ਆ, ਉਹ ਚੀਜ਼ ਜਿਹੜੀ ਹੈ ਵਿਛੋੜੇ ਦਾ ਦਰਦ ਤਾਂ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਤੇ ਜਦੋਂ ਵਿਛੜ ਜਾਂਦਾ ਕੋਈ ਉਹਦੀ ਪੀੜਾ ਦਾ ਅੰਦਾਜ਼ਾ ਨਹੀਂ ਲੱਗਦਾ, ਜਦੋਂ ਮਿਲਦੇ ਆ ਉਹਨਾਂ ਦੀ ਖੁਸ਼ੀ ਦਾ ਅੰਦਾਜ਼ਾ ਵੀ ਨਹੀਂ ਲੱਗਦਾ ਫਿਰ। ਬਿਲਕੁਲ। ਤੇ ਨੈਚੁਰਲੀ ਆਪਾਂ ਇਹ ਚੀਜ਼ਾਂ ਅਗਲੀ ਵਾਰ ਫਿਰ ਸ਼ੇਅਰ ਜ਼ਰੂਰ ਕਰਾਂਗੇ। ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ ਧੰਨਵਾਦ। ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ।